ਅਗਮ ਬਾਣੀ YouTube ਚੈਨਲ ਵੇਖਣ ਵਾਲੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਫਿਰ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਗੁਰੂਸਰ ਖੁੱਡੇ ਵਾਲੇ, ਉਹਨਾਂ ਨਾਲ ਵਿਚਾਰ ਚਰਚਾ ਚੱਲ ਰਹੀ ਹੈ ਕਿ ਜਿਸ ਤਰ੍ਹਾਂ ਅਸੀਂ ਪਹਿਲੇ ਐਪੀਸੋਡ ਦੇ ਵਿੱਚ ਜੋ ਜੋੜੀਆਂ ਢਾਬਾਂ ਧਰਮਸ਼ਾਲਾ ਜੋੜੀਆਂ ਢਾਬਾਂ ਉਹਦੇ ਇਤਿਹਾਸ ਬਾਰੇ, ਉੱਥੋਂ ਸਾਰੇ ਮਹਾਂਪੁਰਖਾਂ ਬਾਰੇ ਵਿਚਾਰ ਕੀਤੀ ਹੈ। ਮੈਂ ਹੁਣ ਇਹ ਮਹਾਂਪੁਰਸ਼ਾਂ ਦੇ ਨਾਲ ਵਿਚਾਰ ਆਰੰਭ ਕਰਨ ਲੱਗਿਆ। ਆਪ ਜੀ ਨੇ ਇਸ ਸਥਾਨ 'ਤੇ ਬੜੇ ਲੰਬੇ ਅਰਸੇ ਤੋਂ ਸੇਵਾ ਨਿਭਾ ਰਹੇ ਹੋ, ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ, ਅਤੇ ਸਮਾਜ ਦੇ ਵਿੱਚ ਬਹੁਤ ਤੁਹਾਨੂੰ ਵਿਚਰਨ ਦਾ ਸਮਾਂ ਮਿਲਿਆ। ਤੁਸੀਂ ਨਿਰਮਲ ਭੀਖ ਦੇ ਵਿੱਚ ਜਿਹੜਾ ਨਿਰਮਲ ਮਹਾਮੰਡਲ ਹੈ ਉਹਦੇ 24-25 ਸਾਲ ਦੇ ਕਰੀਬ ਜਨਰਲ ਸਕੱਤਰ ਵੀ ਰਹੇ ਹੋ, ਅਤੇ ਹੁਣ ਤੁਸੀਂ ਜੋ ਮੌਕੇ 'ਤੇ ਪ੍ਰਾਚੀਨ ਨਿਰਮਲ ਮਹਾਮੰਡਲ ਹੈ ਉਹਦੇ ਤੁਸੀਂ ਪ੍ਰਧਾਨ ਵੀ ਹੋ, ਅਤੇ ਆਪ ਜੀ ਨੇ ਸਮਾਜ ਦੇ ਵਿੱਚ ਬੜਾ ਲੰਬਾ ਅਰਸਾ ਦੇਖਿਆ, ਬਹੁਤ ਕੁਝ ਵੇਖਿਆ ਸਮਾਜ ਦੇ ਵਿੱਚ, ਅਤੇ ਤੁਹਾਡਾ ਸਮਾਜ ਦੇ ਪ੍ਰਤੀ, ਸਮਾਜ ਨੂੰ ਆਪਣੇ ਜੀਵਨ ਦੇ ਵਿੱਚ ਬਹੁਤ ਨੇੜੇ ਤੋਂ ਹੋ ਕੇ ਵੇਖਣ ਦਾ, ਚੰਗੇ ਮਾੜੇ ਸਮੇਂ ਨੂੰ ਵੇਖਣ ਦਾ ਤੁਹਾਨੂੰ ਸਮਾਂ ਲੱਗਾ, ਅਤੇ ਤੁਸੀਂ ਸਮਾਜ ਦੇ ਪ੍ਰਤੀ ਤੁਹਾਡੀ ਦੇਣ, ਸਮਾਜ ਦੇ ਪ੍ਰਤੀ ਲੋਕਾਂ ਦੀ ਸੋਚ ਉਹ ਕੀ ਹੈ, ਉਹਦੇ ਬਾਰੇ ਆਪ ਜੀ ਦੱਸਿਓ। ਮੈਂ ਦਾਸ ਦਾ ਜਨਮ 12/5/1947 ਦਾ ਹੈ, ਔਰ 11 ਕੁ ਸਾਲ ਦੀ ਉਮਰ ਵਿੱਚ ਮੈਂ ਸੰਨ 59 ਵਿੱਚ ਜੀ ਗੁਰੂ ਜੀ ਦੀ ਸ਼ਰਨ 'ਚ ਆਇਆ, ਔਰ ਇੱਥੇ ਮੈਂ ਆਣ ਕੇ 6ਵੀਂ ਜਮਾਤ ਵਿੱਚ ਦਾਖਲ ਹੋਇਆ। ਫਿਰ ਮੈਂ 1974-75 ਤੱਕ ਰੈਗੂਲਰ MA ਕੀਤੀ ਮੈਂ ਲਾਜਪਤ ਖਾਲਸਾ ਕਾਲਜ ਜਲੰਧਰ ਤੋਂ, ਗੁਰੂ ਨਾਨਕ ਯੂਨੀਵਰਸਿਟੀ ਤੋਂ। ਨਾਲ ਹੀ ਮੈਂ ਗਿਆਨੀ ਦੀ ਕਲਾਸ ਗੁਰੂ ਆਪਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਉਸ ਸਮੇਂ ਤੋਂ ਲਗਭਗ ਮੈਨੂੰ 66ਵਾਂ ਸਾਲ ਜਾ ਰਿਹਾ ਜੀ ਇੱਥੇ ਸੇਵਾ ਕਰਦੇ ਹਾਂ। ਪਹਿਲਾਂ ਗੁਰੂ ਜੀ ਨੇ ਸੇਵਾ ਕੀਤੀ, ਸਾਰਾ ਸਥਾਨ ਜਿਹੜਾ ਹੈ ਇਹਨੂੰ ਬਣਾਇਆ, ਰੈਨੋਵੇਟ ਕੀਤਾ, ਔਰ ਨਾਲ ਹੀ ਖੇਤੀਬਾੜੀ, ਖਰੀਦੋ ਫਰੋਖਤ, ਮੋਟਰਾਂ, ਇੰਜਣ ਵਗੈਰਾ, ਯਾਨੀ ਖੇਤੀਬਾੜੀ ਦਾ ਧੰਦਾ ਜਿਹੜਾ ਸੀ ਉਹ ਸ਼ੁਰੂ ਕੀਤਾ ਜੀ। ਤੋ ਫਿਰ ਮੈਂ ਸੋਚਿਆ ਵੀ ਐਜੂਕੇਸ਼ਨ ਬਾਰੇ ਵੀ ਕੁਝ ਕਰਨਾ ਚਾਹੀਦਾ, ਕਿਉਂਕਿ ਮਹਾਰਾਜ ਨੇ ਸਾਨੂੰ ਬੜੀ ਗਰੀਬੀ ਹਾਲਤ ਵਿੱਚ ਵਿੱਦਿਆ ਦਿੱਤੀ ਸੀ। ਮੈਂ ਮਹਾਰਾਜ ਦੀ ਯਾਦ ਵਿੱਚ ਸਕੂਲ ਬਣਾਇਆ, ਜਿਹਦੇ ਵਿੱਚ 90 ਕੋਵਿਡ ਤੋਂ ਪਹਿਲਾਂ 450 ਬੱਚਾ ਸੀ। ਇਸ ਵੇਲੇ ਵੀ ਤਕਰੀਬਨ 250 ਬੱਚਾ ਉਹਦੇ ਵਿੱਚ ਪੜ੍ਹ ਰਿਹਾ, ਔਰ ਸੋਚਣ ਵਾਲੀ ਗੱਲ ਹੈ ਵੀ 170 ਰੁਪਏ LKG ਦੀ ਫੀਸ ਹੁਣ ਹੋਈ ਹੈ 10-12 ਸਾਲ ਬਾਅਦ, ਔਰ 300 ਤੇ 350 9ਵੀਂ 10ਵੀਂ ਦੀ ਫੀਸ ਹੁਣ ਹੋਈ ਹੈ ਜੀ। ਔਰ ਇੱਕ ਵਾਰੀ ਸਿਰਫ 700 ਰੁਪਈਆ 9ਵੀਂ 10ਵੀਂ ਦਾ ਐਡਮਿਸ਼ਨ ਫੀਸ ਹੈ, ਥੱਲੇ ਵਾਲੇ ਦੀ ਐਡਮਿਸ਼ਨ ਫੀਸ 500 ਰੁਪਈਆ, ਔਰ ਸਾਰੇ ਸਾਲ ਵਿੱਚ ਬੱਚਿਆਂ ਦੀ ਕੋਈ ਮਤਲਬ ਕੋਈ ਖਰਚਾ ਨਹੀਂ, ਜਿਹੜਾ ਸੰਤ ਮਹਾਰਾਜ ਦੇ ਨਾਂ 'ਤੇ ਸਕੂਲ ਚੱਲ ਰਿਹਾ। ਅੱਛਾ। ਔਰ ਇਹ ਸਕੂਲ ਵਿੱਚ MA BEd ਟੀਚਰ ਨੇ, ਸਿਰਫ ਉਹਨਾਂ ਦਾ ਮੋਟਿਵ ਜਿਹੜਾ ਸੇਵਾ ਕਰਨ ਦਾ ਹੈ, ਔਰ ਜੋ ਵੀ ਉਹਨਾਂ ਨੂੰ ਇਸ ਫੀਸ ਵਿੱਚੋਂ ਕੁਝ ਮਿਲਦਾ ਹੈ ਉਹ ਮੈਂ ਸਾਰਾ ਉਹਨਾਂ ਨੂੰ ਵੰਡ ਦਿੰਦਾ। ਸਿਰਫ 5% 7% ਪੈਸੇ ਰੱਖਦੇ ਹਾਂ ਅਸੀਂ ਭਈ ਸਕੂਲ ਦੀ ਮੇਨਟੇਨੈਂਸ ਵਾਸਤੇ ਜਾਂ ਦੂਸਰੇ ਪਾਸੇ। ਤੋ ਇਉਂ ਕਹਿ ਸਕਦੇ ਹਾਂ ਵੀ ਇਹ ਇੱਕ ਮਾਡਲ ਸਕੂਲ ਹੁੰਦਾ ਹੋਇਆ ਵੀ ਬਿਲਕੁਲ ਫ੍ਰੀ ਆਫ ਕੋਸਟ ਬੱਚਿਆਂ ਨੂੰ ਵਿੱਦਿਆ ਦਿੱਤੀ ਜਾ ਰਹੀ ਹੈ। ਇਹਦੇ ਵਿੱਚ ਵੀ ਕੁਝ ਬੱਚੇ ਜਿਹੜੇ ਆ ਫ੍ਰੀ ਹੈ, ਜਿੱਦਾਂ ਮੇਰੇ ਵੱਲੋਂ ਡੇਰੇ ਬੱਚੇ ਜਿਹੜੇ ਪੜ੍ਹਦੇ ਆ ਫ੍ਰੀ, ਕੁਝ ਗਰੀਬ ਬੱਚੇ ਜਿਹੜੇ 5-4 ਬੱਚੇ ਉਹ ਵੀ ਫ੍ਰੀ ਕਰਦੇ ਆ। ਮੇਰੇ ਟੀਚਰ ਜਿਹੜੇ ਆ ਉਹ ਇੰਨੇ ਸੁਹਿਰਦਿਤ ਹੈ ਕਿ ਉਹ ਕੁਝ ਬੱਚੇ ਜਿਹੜੇ ਹੋਣਹਾਰ ਨੇ, ਗਰੀਬ ਨੇ, ਉਹਨਾਂ ਨੂੰ ਕੋਲੋਂ ਫੀਸ ਦਿੰਦੇ ਆ, ਹਾਲਾਂਕਿ ਉਹਨਾਂ ਦੀ ਤਨਖਾਹ ਕੁਛ ਨਹੀਂ ਹੈ, ਮਤਲਬ ਦੂਰੇ ਘੱਟ ਤੇ ਕਰ ਹੈ, ਸੇਵਾ ਭਾਵਨਾ ਦੇ ਨਾਲ ਭਾਵਨਾ ਨਾਲ ਸਕੂਲ ਚੱਲ ਰਿਹਾ ਜੀ। ਔਰ ਦੂਸਰਾ ਸਭ ਤੋਂ ਜ਼ਿਆਦਾ ਇਹ ਹੈ ਵੀ ਮੈਂ ਇਕੱਲੇ ਆਪਣੇ ਸਕੂਲ ਨੂੰ ਡਿਵੈਲਪ ਨਹੀਂ ਕੀਤਾ, ਮੈਂ ਸਰਕਾਰੀ ਸਕੂਲਾਂ ਵਿੱਚ, ਜਿੱਦਾਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਜੀ ਜੀ, ਉਹਦੇ ਵਿੱਚ ਮੈਂ 3 ਕਮਰੇ ਅੱਜ ਤੋਂ 2 ਸਾਲ ਪਹਿਲਾਂ ਬਣਾਏ, ਔਰ ਨਾਲ ਹੀ ਉੱਥੇ ਜਿਹੜਾ ਸਟੇਜ ਸੀ ਜਿੱਥੇ ਉਹ ਪ੍ਰੋਗਰਾਮ ਲਿਖਦੇ ਨੇ ਉਹਦੇ 'ਤੇ ਛੱਤ ਪਾਈ, ਉਹ ਵੀ ਡੇਰੇ ਵੱਲੋਂ ਕੀਤੀ ਗਈ। ਇਸੇ ਤਰ੍ਹਾਂ ਗੌਰਮੈਂਟ ਪ੍ਰਾਇਮਰੀ ਸਕੂਲ ਖੁੱਡੇ ਵਿੱਚ ਇੱਕ ਕਮਰਾ ਬਣਾਇਆ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਸੰਸਾਰਪੁਰ ਵਿੱਚ ਵੀ ਕਮਰਾ ਬਣਾਇਆ, ਗੌਰਮੈਂਟ ਮਿਡਲ ਸਕੂਲ ਆਲਮਪੁਰ ਵਿੱਚ ਉੱਥੇ 2 ਕਮਰੇ ਬਣਾਏ। ਦੋਨਾਂ ਜਗ੍ਹਾ ਵਿੱਚ, ਖੁੱਡੇ ਸਕੂਲ ਵਿੱਚ ਔਰ ਆਲਮਪੁਰ ਦੇ ਸਕੂਲ ਵਿੱਚ, ਡੂੰਘੇ ਬੋਰ 300-300 ਫੁੱਟ 250 ਕਰਕੇ ਟੈਂਕੀਆਂ ਬਣਾ ਕੇ ਬੱਚਿਆਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਾਇਆ। ਸਭ ਤੋਂ ਜ਼ਿਆਦਾ ਗੱਲ, ਔਰ ਸੰਨ 1992 ਵਿੱਚ
ਦਾਸ ਨੇ ਸ਼ੁਰੂ ਕੀਤਾ ਸੀ ਅਨੰਦਪੁਰ ਦਾ ਮੇਲਾ। ਜੀ ਜੀ ਮੈਂ ਕਿਤਾਬ 'ਚ ਪੜ੍ਹਿਆ ਸੀ, ਉਹਦੇ 'ਚ ਮੈਨੂੰ ਪਤਾ ਲੱਗਿਆ ਵੀ 108 ਸਾਲ ਪਹਿਲਾਂ ਨਿਰਮਲ ਪੰਚਾਇਤੀ ਅਖਾੜੇ ਦੀ ਰਮਤ ਇੱਥੇ ਆਈ ਸੀ ਹੋਲੇ ਮਹੱਲੇ 'ਤੇ, ਤੇ ਉਹ ਤੋਂ ਬਾਅਦ ਨਹੀਂ ਆਏ। ਤਾਂ 108 ਸਾਲ ਬਾਅਦ ਮੈਂ ਦੁਬਾਰਾ ਇਹਨੂੰ ਸ਼ੁਰੂ ਕੀਤਾ 1992 ਵਿੱਚ। ਇਹ ਬਹੁਤ ਵੱਡੀ ਕੰਟਰੀਬਿਊਸ਼ਨ ਆ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਹੋਲੇ ਮਹੱਲੇ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੇ ਉੱਥੇ ਸਿਆਸੀ ਕਾਨਫਰੰਸਾਂ ਤੇ ਹੋਰ ਅਜਿਹੇ ਬੜੇ ਹੁੰਦੇ ਆ, ਗੱਲਾਂ ਹੁੰਦੀਆਂ ਨੇ ਜਿਹਦੇ ਵਿੱਚ ਇੱਕ ਦੂਸਰੇ ਦੀ ਆਲੋਚਨਾ ਕੀਤੀ ਜਾਂਦੀ ਹੈ, ਪਰ ਉੱਥੇ ਨਰੋਲ ਗੁਰਬਾਣੀ ਦਾ ਕੀਰਤਨ ਔਰ ਐਸਾ ਨਗਰ ਕੀਰਤਨ ਜਿਹੜਾ ਇੱਕ ਬਹੁਤ ਸੁੰਦਰ ਢੰਗ ਦੇ ਨਾਲ ਕੱਢਿਆ ਜਾਂਦਾ, ਉਹ ਮੈਨੂੰ ਲੱਗਦਾ ਉਹ ਨਿਰਮਲ ਸੰਪਰਦਾਇ ਦੇ ਹਿੱਸੇ ਆਇਆ। ਇਹਦੇ ਵਿੱਚ ਨਿਰਮਲ ਸੰਪਰਦਾਇ 1992 ਸ਼ੁਰੂ ਕੀਤਾ ਸੀਗਾ ਜੀ 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 ਔਰ 1992 ਤੋਂ 90 ਕੋਵਿਡ ਤੱਕ ਤਕਰੀਬਨ ਠੀਕ ਚੱਲਦਾ ਰਿਹਾ ਜੀ। 2 ਸਾਲ ਵਿੱਚ ਹਾਲਾਤ ਖਰਾਬ ਹੋਏ, ਪਰ ਹੁਣ ਫਿਰ ਜਿਹੜਾ ਨਗਰ ਕੀਰਤਨ ਹੈ ਉਹ ਉਸੇ ਤਰ੍ਹਾਂ ਬਰਕਰਾਰ ਚੱਲਦਾ ਜੀ। ਇਸ ਤੋਂ ਸਭ ਤੋਂ ਵੱਡੀ ਗੱਲ ਇਹ ਸੀ ਵੀ ਇਹਦੇ ਵਿੱਚ ਨਗਰ ਕੀਰਤਨ ਤੋਂ ਬਾਅਦ ਫਿਰ ਦੀਵਾਨ ਸਜਦਾ ਸੀ, ਵੇਦਾਂਤ, ਗੁਰਬਾਣੀ, ਗੁਰ ਇਤਿਹਾਸ ਨੂੰ ਬੜੀ ਸੌਖੇ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ। ਤੀਸਰੀ ਗੱਲ, ਫਿਰ ਗੁਰੂ ਦਾ ਲੰਗਰ ਵੀ ਉੱਥੇ ਅਸੀਂ ਜਿਹੜਾ ਲਗਾਤਾਰ ਚਲਾਉਂਦੇ ਹਾਂ ਆਪਣੇ ਹਿਸਾਬ ਨਾਲ, ਉਹ ਵੀ ਅਟੁੱਟ ਵਰਤਾਉਂਦੇ ਹਾਂ। ਦੇਖਣ ਵਾਲੀ ਗੱਲ ਇਹ ਹੈ ਕਿ ਅਸੀਂ ਇਹਨਾਂ ਕੰਮਾਂ ਨੂੰ ਕਰਦੇ ਹੋਏ ਮਤਲਬ ਕਦੇ ਹਿਚਕਿਚਾਹਟ ਨਹੀਂ ਕੀਤੀ, ਤੇ ਸਕੂਲ ਬਣਾਏ, ਇਹਨਾਂ ਸਕੂਲਾਂ 'ਚ ਆਪਣਾ ਸਕੂਲ ਬਣਾਇਆ, ਸਰਕਾਰੀ ਸਕੂਲ ਬਣਾਏ, ਨਾਲ ਨਾਲ ਪਿੰਡਾਂ ਵਿੱਚ ਜਿਵੇਂ ਖੁੱਡਾਂ ਦੇ ਵਿੱਚ 2 ਗੈਪ ਸੀ ਰੇਤਾ ਦੇ ਬੜੇ ਭਿਆਨਕ, ਜਿੱਥੇ ਗੱਡੇ ਸਾਈਕਲ ਲੰਘਣਾ ਔਖਾ ਸੀ। ਡੇਰੇ ਵੱਲੋਂ ਖਰਚਾ ਕਰਕੇ ਤਕਰੀਬਨ 8 ਲੱਖ ਰੁਪਈਆ ਖਰਚ ਕੇ ਸਾਧ ਸੰਗਤ ਦੇ ਕੰਟਰੀਬਿਊਸ਼ਨ ਦੇ ਨਾਲ ਉਹ ਦੋਨੋਂ ਗੈਪ ਜਿਹੜੇ ਸੀ ਨਾ ਪੱਕੇ ਕਰਾਏ। ਗਲੀਆਂ ਪਿੰਡ ਵਿੱਚ ਦੀ ਕੋਈ ਨਾਲੀ ਟੁੱਟੀ ਹੈ, ਉਹ ਨਾਲੀ ਵੀ ਦਾਸ ਬਣਵਾ ਦਿੰਦਾ, ਉੱਥੇ ਬੈਠ ਕੇ ਕੋਈ ਫਰਕ ਨਹੀਂ ਪੈਂਦਾ। ਅੱਖਾਂ ਦੇ ਕੰਪ 1992 ਤੋਂ ਲੈ ਕੇ ਲਗਾਤਾਰ ਲਾਉਂਦੇ ਰਹੇ ਆ। ਫਿਰ ਬਾਅਦ ਵਿੱਚ ਅੱਜ ਵੀ ਚੱਲਦੇ ਆ। ਅੱਜ ਹੁਣ ਜਿਹੜੇ ਚੱਲ ਰਹੇ 4-5 ਸਾਲ ਤੋਂ ਉਹ NRA ਦੇ ਸੰਯੋਗ ਨਾਲ ਚੱਲ ਰਹੇ ਨੇ। ਠੀਕ ਹੈ। ਸਾਡੇ ਸਰਦਾਰ ਸਰਮੁਖ ਸਿੰਘ ਢਿੱਲੋਂ ਇੱਥੋਂ ਨੇੜਿਓਂ ਕਰੀਬ ਤੋਂ ਹੈਗੇ ਨੇ ਕਲੋਏ ਪਿੰਡ ਤੋਂ, ਉਹ ਹਰ ਸਾਲ 1, 2, 3 ਕੈਂਪ ਲਾਉਂਦੇ ਆ, ਜਿਨ੍ਹਾਂ 'ਚ ਮੈਂ ਭੁੰਬੋਤਾੜ ਪਿੰਡ ਵਿੱਚ, ਸੰਸਾਰਪੁਰ ਪਿੰਡ ਵਿੱਚ ਔਰ ਭੰਗਾਲਾ ਪਿੰਡ ਵਿੱਚ ਔਰ ਮਨਸੂਤੇ ਕੀ ਪਿੰਡ ਆ ਉਹਨਾਂ ਵਿੱਚ, ਇਹਨਾਂ ਥਾਵਾਂ 'ਤੇ ਜਾ ਕੇ ਕੈਂਪ ਲਾ ਕੇ ਤਾਂ ਲੋਕਾਂ ਨੂੰ ਲੈਂਸ ਪਵਾ ਕੇ ਉਹਨਾਂ ਨੂੰ ਅੱਖਾਂ ਦਾ ਜਿਹੜਾ ਉਹ ਦਾਨ ਪ੍ਰਦਾਨ ਕਰਦੇ। ਵਿੱਦਿਆ ਦੇ ਖੇਤਰ ਵਿੱਚ ਪਹਿਲੀ LKG ਤੋਂ ਲੈ ਕੇ 10ਵੀਂ ਤੱਕ ਫ੍ਰੀ ਵਰਗੀ ਪੜ੍ਹਾਈ ਪੜ੍ਹਾ ਰਹੇ। ਜਿਹੜੇ ਡੇਰੇ ਵੱਲੋਂ ਵਿਦਿਆਰਥੀ ਪੜ੍ਹਾਏ ਜਾਂਦੇ ਆ ਉਹ PhD ਕਰਨ, ਕੋਈ ਡਿਪਲੋਮਾ ਕਰਨ, ਕੋਈ ਇੰਜੀਨੀਅਰਿੰਗ ਕਰਨ, ਕੁਛ ਵੀ ਕਰਨ, ਉਹਨਾਂ ਨੂੰ ਪੂਰਨ ਤੌਰ 'ਤੇ ਸਹਾਇਤਾ ਦਿੱਤੀ ਜਾਂਦੀ, ਕਿਤਾਬਾਂ ਦੀ, ਕੱਪੜਾ, ਫੀਸ, ਰਹਿائش, ਸਾਰਾ ਕੁਝ ਜੀ। ਅਤੇ ਇਸੇ ਤਰ੍ਹਾਂ ਸੰਗੀਤ ਦੇ ਖੇਤਰ ਵਿੱਚ ਮੇਰਾ ਹੁਣੇ ਇੱਕ ਵਿਦਿਆਰਥੀ ਗੋਰਾ ਸੀ, ਉਹਦਾ ਨਾਮ ਮੇਰੇ ਖਿਆਲ 'ਚ ਦਵਿੰਦਰ ਸਿੰਘ ਕੀ ਸੀ, ਉਹਨੂੰ MA ਕਰਵਾਈ ਸੰਗੀਤ ਦੀ ਕਲਾਸੀਕਲ ਦੀ, ਔਰ ਨਾਲ ਇਹਨੂੰ ਗਿਆਨੀ ਕਰਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਹਾਂ, ਪਟਿਆਲਾ ਤੋਂ ਕਰਵਾਈ ਹੈ। ਅਤੇ ਇਸੇ ਤਰ੍ਹਾਂ ਅੱਖਾਂ ਦੇ ਕੈਂਪਾਂ ਦੇ ਨਾਲ ਨਾਲ ਮੈਂ ਜਨਰਲ ਕੈਂਪ ਵੀ ਲਵਾਉਂਦਾ ਰਿਹਾ ਔਰ ਫ੍ਰੀ ਦਵਾਈਆਂ ਲੋਕਾਂ ਨੂੰ ਦੇਈਦੀਆਂ ਸੀ, ਜਿਹਦੇ ਵਿੱਚੋਂ ਕਈ ਵਾਰੀ ਸਰਕਾਰੀ ਸੰਸਥਾ ਦੇ ਡਾਕਟਰ ਲੈ ਲਈਦੇ ਸੀ, ਕਈ ਵਾਰੀ ਪ੍ਰਾਈਵੇਟ ਸੰਸਥਾ ਦੇ ਜਿਹੜੇ ਡਾਕਟਰ ਉਹ ਲੈਂਦੇ ਸੀ। ਇਸ ਸਥਾਨ ਵੱਲੋਂ 4 ਸਮਾਗਮ ਜਿਹੜੇ ਆ ਉਹ ਕੀਤੇ ਜਾਂਦੇ ਆ। ਇੱਕ ਸੰਤ ਬਾਬਾ ਗਣੇਸ਼ਾ ਸਿੰਘ, ਬਾਬਾ ਹਮੀਰ ਸਿੰਘ ਜੀ ਦਾ, ਉਹ ਸੈਪਟੰਬਰ ਮਹੀਨੇ 'ਚ, ਔਰ ਮਾਘੀ ਦਾ ਤਿਉਹਾਰ ਜਿਹੜਾ ਸਾਡੇ ਵੱਡਿਆਂ ਵਡੇਰਿਆਂ ਤੋਂ ਚੱਲਦਾ ਰਿਹਾ ਲਾਰਜ ਸਕੇਲ 'ਤੇ, ਵਿਸਾਖੀ ਦਾ ਤਿਉਹਾਰ, ਔਰ ਗੁਰੂ ਜੀ ਦਾ 12 ਦਸੰਬਰ ਦੀ ਬਰਸੀ ਦਾ, ਉਹ ਬਹੁਤ ਲਾਰਜ ਸਕੇਲ 'ਤੇ ਦਾਸ ਮਨਾਉਂਦਾ ਉਹਨੂੰ। ਜੀ ਜੀ। ਇੱਕ ਬਿਆਸ ਪੂਰਨਮਾ ਦਾ ਦਿਨ ਹੈ ਜਿਹੜਾ ਹੁਣੇ ਮਨਾ ਕੇ ਹਟੇ ਆ, ਉਹ ਵੀ ਸੰਗਤਾਂ ਬਹੁਤ ਇਕੱਠੀਆਂ ਹੁੰਦੀਆਂ ਨੇ, ਉਹਨੂੰ ਵੀ ਹਰਸ਼ ਉਲਾਸ ਨਾਲ ਮਨਾਈਦਾ ਆ। ਤਾਂ ਇਸ ਤਰ੍ਹਾਂ ਮੈਂ ਕਹਿ ਸਕਦਾ ਕਿ ਜਿਹੜੇ ਬੱਚੇ ਮੇਰੇ ਕੋਲ ਪੜ੍ਹਦੇ ਆ ਉਹਨਾਂ ਨੂੰ 5 ਗ੍ਰੰਥੀ ਜਪਜੀ ਸਾਹਿਬ ਤੋਂ ਲੈ ਕੇ ਪੂਰਾ ਸੰਪੂਰਨ, ਔਰ ਗੁਰੂ ਗ੍ਰੰਥ ਸਾਹਿਬ ਦੇ ਨਾਲ 10ਵੇਂ ਗ੍ਰੰਥ ਵੀ, ਨਾਲ ਭਾਖਾ ਵਿਦਾਂਤ ਦੇ ਪੁਸਤਕ ਵਿਦਾਂਤ ਦੇ ਜਿਹੜੇ ਵਿਚਾਰ ਸਾਗਰ ਤੱਕ ਕਰਦੇ, ਉਹ ਉਹਨਾਂ ਨੂੰ ਪੜ੍ਹਾਏ ਜਾਂਦੇ। ਹਾਂ, ਦੂਸਰਾ ਇਹ ਵੀ ਪਤਾ ਹੈ ਵੀ ਆਪ ਜੀ ਮੌਕੇ 'ਤੇ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੀਆਂ ਮੀਟਿੰਗਾਂ ਵੀ ਅਟੈਂਡ ਕਰਦੇ ਹੋ, ਉਹਨਾਂ ਦੇ ਵਿੱਚ ਜਾ ਕੇ ਆਪਣੀ ਸਲਾਹ ਮਸ਼ਵਰਾ ਵੀ ਦਿੰਦੇ ਹੋ। 1998 ਵਿੱਚ ਇੱਕ ਕਮੇਟੀ ਬਣੀ ਸੀ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ, ਔਰ ਜਥੇਦਾਰ ਰਣਜੀਤ ਸਿੰਘ ਵਾਲੇ ਜਥੇਦਾਰ ਸੀ ਜੀ, ਅਤੇ ਮੇਰਾ ਨਾਮ
ਸਾਡੇ ਸਰਬਜੋਤ ਸਿੰਘ ਬੇਦੀ ਸਾਹਿਬ ਨੇ ਔਰ ਸੰਤ ਰਾਮ ਸਿੰਘ ਸਿੰਗੜੇ ਵਾਲਿਆਂ ਨੇ ਪੇਸ਼ ਕੀਤਾ ਵੀ ਨਿਰਮਲਿਆਂ ਵੱਲੋਂ ਉਹਨਾਂ ਲੈ ਲਓ। तो 1998 ਤੋਂ ਲਗਭਗ ਹੁਣ ਤੱਕ 23 ਤੱਕ 25 ਸਾਲ ਤੱਕ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੀਆਂ ਮੀਟਿੰਗਾਂ ਜਾਂ ਅਕਾਲ ਤਖਤ ਵੱਲੋਂ ਕਿਸੇ ਕਿਸਮ ਦੀ ਮੀਟਿੰਗ ਹੈ ਜਾਂ ਫਿਰ ਸ਼ਤਾਬਦੀਆਂ ਦੇ ਸੰਬੰਧ ਵਿੱਚ ਕੋਈ ਮੀਟਿੰਗ ਹੈ, ਉਹਨਾਂ ਮੀਟਿੰਗਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਦੇ ਵਿੱਚ ਜਾਣਾ। ਆ ਹੁਣ ਹੀ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ ਮਨਾਇਆ, ਉਹਦੇ 'ਚ ਇੱਕ ਸਬ ਕਮੇਟੀ ਬਣੀ ਸੀ ਜਿਹਦੇ 'ਚ ਨਾਨਕ ਨਾਮ ਲੇਵਾ ਨੂੰ ਇਕੱਠੇ ਕਰਨਾ ਸੀ ਅਤੇ ਉਹਦੇ 'ਚ 10 ਮੈਂਬਰ ਸੀ ਔਰ ਤਕਰੀਬਨ 16 ਨਾਨਕ ਨਾਮ ਲੇਵਾ ਜਿਹੜੀਆਂ ਸੰਪਰਦਾਵਾਂ ਕਹਿ ਲਓ ਜਾਂ ਇਉਂ ਕਹਿ ਲਈਏ ਵੀ ਸ਼ਾਖਾ ਸੀ, ਉਹਨਾਂ ਨੂੰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇਕੱਠਾ ਕੀਤਾ। ਜਿਹੜੇ ਉਹ ਹਾਂਜੀ ਮੈਨੂੰ ਵੀ ਹਾਜ਼ਰ ਹੋਣ ਦਾ ਮੌਕਾ ਮਿਲਿਆ, ਬੰਜਾਰੇ ਸਿੱਖ, ਸਿੰਧੀ ਸਿੱਖ, ਸਤਨਾਮੀ, ਮਰਦਾਨੀ ਕੇ ਸਾਰਿਆਂ ਨੂੰ ਬੁਲਾਇਆ, ਦੱਖਣੀ ਸਿੱਖ, ਹਾਂਜੀ ਕਾਬਲੀ ਸਿੱਖ, ਜੀ ਜੀ ਤਕਰੀਬਨ 15-16 ਅਫਗਾਨੀ ਸਿੱਖ ਸਾਰਿਆਂ ਨੂੰ ਬੁਲਾਇਆ ਸੀ। ਜੀ 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 ਤੇ ਉਹਦੇ ਵਿੱਚ ਵੀ ਤੁਸੀਂ ਆਪਣੀ ਮੈਂ ਮੈਂਬਰ ਸੀਗਾ ਔਰ ਉਹ ਬੜਾ ਅੱਛਾ ਸਾਡਾ ਉਹ ਰਿਹਾ ਦੂਸਰਾ। ਅਤੇ ਮੈਂ ਤਾਂ ਬਾਅਦ ਵਿੱਚ ਸਿਫਾਰਿਸ਼ ਕੀਤੀ ਸੀ ਸ਼੍ਰੋਮਣੀ ਕਮੇਟੀ ਨੂੰ ਵੀ ਇਹਨਾਂ ਨੂੰ ਸਾਲ ਵਿੱਚ ਸਾਰੀਆਂ ਸੰਪਰਦਾਵਾਂ ਨੂੰ ਇੱਕ ਵਾਰੀ ਬੁਲਾਓ ਔਰ ਇਹ ਗੁਰੂ ਨਾਨਕ ਦੇ ਘਰ ਦਾ ਬਿਨਾਂ ਕਿਸੇ ਲਏ ਤੋਂ ਦੂਸਰੇ ਤੋਂ ਕੋਈ ਸਹਾਇਤਾ ਲਏ ਤੋਂ ਬਿਨਾਂ ਵੀ ਇਹ ਆਪਣੇ ਆਪਣੇ ਥਾਂ 'ਚ ਪ੍ਰਚਾਰ ਕਰ ਰਹੇ ਨੇ। ਜਸਟ ਲਾਈਕ ਸਿੰਧੀ ਜਿਹੜੇ ਹੈ ਉਹ ਬੜੇ, ਪਰ ਅੱਜ ਸਾਡੇ ਵਿੱਚ ਇੱਕ ਬੜੀ ਮੈਂ ਸਮਝਦਾ ਵੀ ਸਾਡਾ ਮੰਦਭਾਗੇ ਨੇ, ਸਾਡੇ ਵਿੱਚ ਕੁਛ ਐਸੀਆਂ ਸੰਸਥਾਵਾਂ ਆ ਗਈਆਂ ਨੇ ਜਿਹੜੀਆਂ ਕੱਟੜਵਾਦ ਦੀ ਐਨਕ ਲਾ ਕੇ ਹਰ ਇੱਕ ਨੂੰ ਇਹ ਕਹਿ ਕੇ ਵੀ ਜੀ ਇਹ ਤਾਂ ਮਨ ਮਤ ਹੈ ਤਾਂ ਉਹ ਮਤ ਹੈ, ਉਹਦੇ ਨਾਲ ਗੁਰੂ ਗ੍ਰੰਥ ਸਾਹਿਬ ਤੋਂ ਬਹੁਤ ਸਾਰੇ ਲੋਕਾਂ ਨੂੰ ਤੋੜਿਆ ਜਾ ਰਿਹਾ। ਮੈਂ ਉਸੇ ਸਵਾਲ ਤੋਂ ਹੀ ਆਉਣ ਲੱਗਾ ਸੀ ਤੁਹਾਡੇ ਕੋਲ ਜੀ ਵੀ ਇਹ ਤੁਹਾਡੀ ਦੇਣ ਸਮਾਜ ਦੇ ਪ੍ਰਤੀ ਜੋ ਤੁਸੀਂ ਅੱਜ ਤੱਕ ਨਿਰੰਤਰ ਸਮਾਜ ਨਾਲ ਜੁੜੇ ਹੋ, ਲੋਕਾਂ ਨਾਲ ਜੁੜੇ ਹੋ, ਹਾਂਜੀ ਕਮੇਟੀਆਂ ਦੇ ਨਾਲ ਤੁਸੀਂ ਜੋ ਵੀ ਹੈ, ਜਿਸ ਤਰ੍ਹਾਂ ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਜਿਨ੍ਹਾਂ ਦੇ ਨਾਲ ਤੁਹਾਡਾ ਲਗਾਤਾਰ ਰਾਬਤਾ ਹੈ ਅਤੇ ਤੁਸੀਂ ਆਪਣਾ ਜੋ ਵੀ ਚੰਗੀ ਸਲਾਹ ਉਹਨਾਂ ਨੂੰ ਦੇ ਕੇ ਅਤੇ ਉਹਨਾਂ ਨੂੰ ਵਧੀਆ ਤੁਸੀਂ ਵਿਚਾਰ ਦਿੰਦੇ ਹੋ। ਜਿਵੇਂ ਅੱਜ ਦੇ ਸਮੇਂ ਦੇ ਵਿੱਚ ਬੜੀਆਂ ਸਾਰੀਆਂ ਜੋ ਮੌਜੂਦਾ ਪਰਿਸਥਿਤੀਆਂ ਨੇ ਉਹਨਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ ਬਸਤਰ ਸੰਪਰਦਾਵਾਂ ਦੇ ਨੇ, ਨਿਰਮਲਿਆਂ ਦੇ ਬਸਤਰ ਹੈ, ਜਿਵੇਂ ਪਿੱਛੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਦੋਂ ਆਪਣਾ ਨਗਰ ਕੀਰਤਨ ਸੀ ਉਦੋਂ ਇੱਕ ਐਸੇ ਵਿਅਕਤੀ ਨੇ ਇਹ ਕਿਹਾ ਸੀ, ਕਹਿਣ ਲੱਗਾ ਜਿਹੜੇ ਇਹ ਧੋਤੀਆਂ ਵਾਲੇ ਆ ਇਹਨਾਂ ਤੋਂ ਅੰਮ੍ਰਿਤ ਤਿਆਰ ਕਰਵਾਇਆ, ਇਹਨਾਂ ਤੋਂ ਅੰਮ੍ਰਿਤ ਤਿਆਰ ਕਰਿਆ। ਉਹਨੇ ਨਾ ਕੁਝ ਉਸ ਨੂੰ ਪਤਾ, ਨਾ ਉਹਦੇ ਬਾਰੇ ਗਿਆਨ ਹੈ, ਨਾ ਇਤਿਹਾਸ ਬਾਰੇ ਗਿਆਨ ਆ, ਉਹਨੇ ਚੱਕ ਕੇ ਫਟਾਫਟ ਚੱਕ ਕੇ ਇੱਕ ਆਪਣੀ ਵਿਚਾਰ ਜਿਹੜੀ ਆ ਉਹ ਮੀਡੀਆ 'ਤੇ ਪਾਤੀ। ਲੋਕਾਂ ਨੂੰ ਵੀ ਅੱਗੇ ਜਿਹੜੇ ਸ਼ੇਅਰ ਕਰਦੇ ਆ ਜਾਂ ਸੁਣਦੇ ਆ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਗੱਲ ਕੀ ਹੈ, ਨਾ ਇਤਿਹਾਸ ਬਾਰੇ ਜਾਣੂਗਾ ਨਾ ਪਤਾ, ਅਤੇ ਉਹ ਬੜੀ ਇੱਕ ਇਹ ਸਾਂਝੀ ਜਿਹੜੀ ਇਹ ਘਟਨਾ ਸੀਗੀ ਨਾ ਜੀ ਬੜੀ ਦੁਖਦਾਈ ਸੀਗੀ ਜੀ। ਉਸ ਵੇਲੇ ਮੈਂ ਸੰਤ ਬਾਬਾ ਬਲਵੀਰ ਸਿੰਘ ਜਿਹੜੇ 96 ਕਰੋੜੀ ਉਹਨਾਂ ਦੇ ਸਟੇਜ 'ਤੇ ਬੈਠਾ ਸੀ ਜੀ, ਤਾਂ ਉਸ ਬੰਦੇ ਨੇ ਸਿਰਫ ਉਸ ਜਿਹੜਾ ਉਹ ਲੱਗਾ ਹੋਇਆ ਸੀਗਾ ਬੋਰਡ ਲੱਗਾ ਸੀ, ਉਹਨੂੰ ਦੇਖ ਕਰਕੇ ਤਾਂ ਉਹ ਭਾਵੁਕ ਹੋ ਕੇ, ਔਰ ਮੈਂ ਸਮਝਦਾ ਹੀ ਇਜ਼ ਅਨਨੋਨ ਅਬਾਊਟ ਸਿੱਖਿਜ਼ਮ ਐਂਡ ਨਿਰਮਲਾ ਭੇਖ ਐਂਡ ਗੁਰਬਾਣੀ, ਕੁਛ ਨਹੀਂ ਪਤਾ ਉਹਨੂੰ, ਔਰ ਉਹ ਸਿੱਖ ਵੀ ਨਹੀਂ ਹੈਗਾ ਜੀ ਜੀ, ਦਾੜੀ ਨਹੀਂ ਰੱਖੀ, ਕੇਸ ਨੇ ਕੁਛ ਨਹੀਂ ਰੱਖਿਆ, ਔਰ ਇੱਕ ਹੀਰੋ ਬਣ ਰਿਹਾ ਇੱਕ ਭਾਵੁਕ ਹੋ ਕਰਕੇ। ਗੱਲ ਇਹ ਸੀਗੀ ਉਹ ਜਿਹੜਾ ਬੋਰਡ ਸੀਗਾ ਉਹਦੇ ਬੋਰਡ ਦੇ ਥੱਲੇ ਲਿਖਿਆ ਹੋਇਆ ਸੀਗਾ ਭਈ ਇੱਕ ਪਾਸੇ ਜਥੇਦਾਰ ਸਾਹਿਬ ਦੀ ਫੋਟੋ ਸੀ, ਇੱਕ ਪਾਸੇ ਸ਼੍ਰੀਮੰਤ ਸਾਹਿਬ ਦੀ ਫੋਟੋ ਸੀ, ਲਿਖਿਆ ਹੋਇਆ ਸੀਗਾ ਭਈ ਐਸ ਹੋਲੇ ਮਹੱਲੇ 'ਤੇ ਆਉਣ ਵਾਲੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੂੰ ਜੀ ਆਇਆ ਜੀ ਜੀ। ਦੋਨਾਂ ਵੱਲੋਂ ਇਹ ਸੀਗਾ। ਜਿਹੜਾ ਉਹਦੇ ਵਿਚਾਲੇ ਨਿਰਮਲਿਆਂ ਪੰਜਾਂ ਦੀ ਫੋਟੋ ਸੀ ਉਹ ਇਹ ਦਰਸਾਉਂਦੀ ਸੀ ਵੀ ਇਹ ਨਿਰਮਲ ਭੇਖ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਾਇਮ ਕੀਤਾ ਸੀ, ਨਾ ਕਿ ਅੰਮ੍ਰਿਤ ਤਿਆਰ ਕੀਤਾ। ਅੱਜ ਵੀ ਮੈਂ ਇੱਕ ਦੋ ਦੂਸਰੇ 'ਤੇ ਮੋਬਾਈਲ 'ਤੇ ਮੈਂ ਦੇਖਿਆ ਵਟਸਐਪ 'ਤੇ ਵੀ ਇੱਕ ਦੋ ਬੰਦੇ ਹੁਣ ਵੀ ਉਸ ਨੂੰ ਪ੍ਰਵਾਹ ਕਰੀ ਜਾ ਰਿਹਾ। ਇੱਕ ਬੰਦੇ ਨੇ ਤਾਂ ਇੱਥੇ ਤੱਕ ਕਿਹਾ ਵੀ ਰਘਵੀਰ ਤੁਹਾਨੂੰ ਇਸ ਵਾਸਤੇ ਤੁਸੀਂ ਅਕਾਲ ਤਖਤ ਦਾ ਜਥੇਦਾਰ ਬਣਾਇਆ ਜਿਹਨੇ ਅਨੰਦਪੁਰ ਸਾਹਿਬ ਵਿੱਚ ਭਗਵੇਂ ਕੱਪੜਿਆਂ ਤੋਂ ਅੰਮ੍ਰਿਤਪਾਨ ਕਰਵਾਇਆ ਕੀਤੇ। ਉਹ ਇਹ ਅਨਨੋਨ ਲੋਕੀ ਹੈ, ਲੋਕਾਂ ਨੂੰ ਪਤਾ ਹੀ ਨਹੀਂ, ਏਡੀ ਮੂਰਖਤਾਈ ਨਾਲ ਬੋਲ ਦਿੰਦੇ ਆ, ਗਲਤ ਐਪੀਸੋਡ ਪਾਉਂਦੇ, ਗਲਤ ਜਿਹੜੀਆਂ ਪੋਸਟਾਂ ਪਾਉਂਦੇ ਆ। ਅਸਲ ਵਿੱਚ ਉਹ ਜਿਹੜੀ ਸਮਝਣ ਵਾਲੀ ਗੱਲ ਸੀ ਵੀ ਜਿਹੜੇ ਨਿਰਮਲੇ ਸੰਪਰਦਾਇ ਦੇ ਮਹਾਂਪੁਰਸ਼ ਹੈ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 1683 ਵਿੱਚ ਪਾਉਂਟਾ ਸਾਹਿਬ ਦੀ ਧਰਤੀ ਤੋਂ ਬਨਾਰਸ ਦੀ ਧਰਤੀ 'ਤੇ ਪੜ੍ਹਨ ਵਾਸਤੇ ਭੇਜਿਆ ਸੀ,
ਉਹ ਉਹਨਾਂ ਦਾ ਚਿੱਤਰ ਸੀ। ਅਸੀਂ ਇਹ ਕਹਿਣਾ ਚਾਹੁੰਦੇ ਸੀ ਵੀ ਅਸੀਂ ਸਾਰੇ ਹੀ ਜਿੰਨੀਆਂ ਸੰਗਤਾਂ ਹੋਲੇ ਮਹੱਲੇ ਤਿਆਰੀਆਂ, ਸਾਰਿਆਂ ਦਾ ਧੰਨਵਾਦ, ਸਾਰਿਆਂ ਦਾ ਸਵਾਗਤ, ਸਾਰਿਆਂ ਨੂੰ ਜੀ ਆਇਆਂ, ਇਹ ਉਹਨਾਂ ਨੂੰ ਕਿਹਾ ਸੀ। ਜਦ ਕਿ ਅਕਾਲ ਤਖਤ ਦੇ ਜਥੇਦਾਰਾਂ ਨੂੰ ਵੀ ਇਹੀ ਸੰਦੇਸ਼ ਸੀ ਵੀ ਆਉਣ ਵਾਲੀਆਂ ਸੰਗਤਾਂ ਦਾ ਧੰਨਵਾਦ ਤੇ ਜੀ ਆਇਆਂ ਸ਼੍ਰੀ ਮੰਨ ਸਾਹਿਬ ਦੇ ਵੀ ਸੀ। ਉਹਦੇ 'ਚ ਕੋਈ ਅੰਮ੍ਰਿਤ ਦੀ ਗੱਲ ਨਹੀਂ ਸੀ ਔਰ ਕੁਛ ਨਹੀਂ ਸੀ, ਨਾ ਕਿਸੇ ਨੇ ਬੋਰਡ ਪੜ੍ਹਿਆ। ਮੈਂ ਤਾਂ ਸੰਦਾ ਪੜ੍ਹਿਆ ਮੂਰਖ ਆਖੇ ਜਿਸ ਲਵ ਲੋਭ ਹੰਕਾਰ, ਇਹੋ ਜਿਹੀ ਸਥਿਤੀ ਪੈਦਾ ਕਰਤੀ ਵੀ ਉਹ ਜਥੇਦਾਰ ਸਾਹਿਬ ਨੂੰ ਵੀ ਟੌਰਚਰ ਕੀਤਾ ਔਰ ਹੁਣ ਵੀ ਉਹਨੂੰ ਅਜੇ ਕਹਿ ਰਹੇ ਵੀ ਇਹਨੇ ਉਹ ਕੁਛ ਕੀਤਾ, ਜਦ ਕਿ ਇੱਦਾਂ ਦੀ ਕੋਈ ਪਰਿਸਥਿਤੀ ਨਹੀਂ ਸੀ। ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਜੀ ਵੀ ਦੇਖੋ, ਕਿਸੇ ਨੇ ਕੋਈ ਕੱਪੜੇ ਪਾਏ, ਬਾਜ਼ਾਰ ਵਿੱਚ ਜੋ ਤੁਸੀਂ ਜਾਓ ਇਹੋ ਜਿਹੇ ਕੱਪੜੇ ਪਾਏ ਭੜਕੀਲੇ ਜਿਹੜੇ ਸਾਡੀ ਸਭਤਾ ਦੇ ਹਿੱਸਾ ਨਹੀਂ, ਪਰ ਸਾਡੇ ਨਿਰਮਲੇ ਜਿਹੜੇ ਭਗਵੇਂ ਕੱਪੜੇ ਹੈ ਇਹ ਪਤਾ ਨਹੀਂ ਸਾਰਿਆਂ ਨੂੰ ਕਿਉਂ ਰੜਕਦੇ। 1708 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਖੰਡ ਪਿਆਨਾ ਕਰ ਗਏ, ਜੋਤੀ ਜੋਤ ਸਮਾ ਗਏ, ਬ੍ਰਹਮ ਦੇ ਵਿੱਚ ਅਭੇਦ ਹੋ ਗਏ। ਤਾਂ 1925 ਤੱਕ 217 ਸਾਲ ਤੱਕ ਸ਼੍ਰੋਮਣੀ ਕਮੇਟੀ ਹੋਂਦ 'ਚ ਨਹੀਂ ਆਈ, ਕੋਈ ਹੋਂਦ 'ਚ ਨਹੀਂ ਸੀਗਾ ਜੀ ਜੀ। ਔਰ ਉਸ ਸਮੇਂ ਵਿੱਚ 217 ਸਾਲ ਵਿੱਚ ਇਤਿਹਾਸਕ ਗੁਰਦੁਆਰਿਆਂ ਦੀਆਂ, ਆਪਣੇ ਸਥਾਨਾਂ ਦੀਆਂ ਔਰ ਗੁਰਮਤਿ ਦੇ ਪ੍ਰਚਾਰ ਦੀਆਂ ਪੋਥੀਆਂ ਲਿਖਣੀਆਂ, ਗੁਰੂ ਗ੍ਰੰਥ ਸਾਹਿਬ ਲਿਖਣੇ, ਗੁਟਕੇ ਲਿਖਣੇ, ਉਹ ਲੋਕਾਂ ਨੂੰ ਦੇਣੇ, ਗੁਰਦੁਆਰਿਆਂ 'ਚ ਪ੍ਰਕਾਸ਼ ਕਰਾਉਣੇ ਔਰ ਲੋਕਾਂ ਨੂੰ ਬਾਣੀ ਚੇਤੇ ਕਰਾਉਣੀ। ਇਸ ਨਿਰਮਲੇ ਸੰਤ ਮਹਾਂਪੁਰਸ਼ ਉਦਾਸੀ ਸੰਤ ਉਦਾਸੀਆਂ ਦੀ ਬਹੁਤ ਵੱਡੀ ਦੇਣ। ਹਾਂਜੀ, ਔਰ ਸੇਵਾ ਪੰਥੀਆਂ ਨੇ ਵੀ ਇਹਦੇ ਵਿੱਚ ਹਿੱਸਾ ਨਿਭਾਇਆ। ਜੀ ਜੀ। ਹੁਣ ਦੇਖਣ ਵਾਲੀ ਗੱਲ ਹੈ ਵੀ ਜਾਇਦਾਦਾਂ ਦੇ ਮਸਲੇ ਕਰਕੇ ਉਦਾਸੀ ਇਹਨਾਂ ਨੂੰ ਛੱਡ ਕੇ ਇੱਕ ਪਾਸੇ ਚਲੇ ਗਏ। ਹੁਣ ਕੋਸ਼ਿਸ਼ ਕਰਦੇ ਹੈ ਵੀ ਜੇ ਉਹ ਸਭਾ 'ਚ ਬੁਲਾ ਲਓ ਉਦਾਸੀਆਂ ਨੂੰ, ਮਨ ਕਰਕੇ ਨਹੀਂ ਆਉਣਾ ਚਾਹੁੰਦੇ ਹੋ। ਪਰ ਅਸੀਂ ਨਿਰਮਲੇ ਜਿਹੜੇ ਆ, ਦੇਖੋ ਸਾਡੇ ਨਿਰਮਲਿਆਂ 'ਤੇ ਆਉਂਦਾ ਜੀ ਵੀ ਇਹ ਕਿੱਥੋਂ ਆ ਗਏ, ਇਹਨਾਂ ਨੂੰ ਅੰਗਰੇਜ਼ਾਂ ਨੇ ਛੱਡਤਾ, ਇਹਨਾਂ ਫਲਾ। ਸਾਨੂੰ ਕਿਸੇ ਅੰਗਰੇਜ਼ ਨੇ ਨਹੀਂ ਛੱਡਿਆ, ਅਸੀਂ ਅੰਗਰੇਜ਼ ਨੂੰ ਨਹੀਂ ਮੰਨਦੇ। ਅਸੀਂ ਤਾਂ ਅੰਗਰੇਜ਼ਾਂ ਦਾ ਵਿਰੋਧ ਕੀਤਾ। ਮਹਾਰਾਣੀ ਜਿੰਦਾ ਨੂੰ ਚਨਾਰ ਦੇ ਕਿਲ੍ਹੇ 'ਚੋਂ ਕੱਢ ਕੇ ਨੇਪਾਲ 'ਚ ਲਿਜਾਣ ਵਾਲੇ ਨਿਰਮਲੇ ਸੰਤ ਸੀਗਾ। ਬਿਲਕੁਲ। ਔਰ ਨਿਰਮਲੇ ਸੰਤ ਵੀ ਸ਼ਹੀਦ ਹੋਏ ਨੇ। ਨਿਰਮਲੇ ਸੰਤ ਜਿਹੜੇ ਆ ਪਰਉਪਕਾਰੀ ਨੇ, ਵਿੱਦਿਆ ਦੇ ਦਾਤੇ ਨੇ, ਵਿੱਦਿਆ ਪੜ੍ਹਦੇ ਨੇ, ਪੜ੍ਹਾਉਂਦੇ ਨੇ ਬਿਨਾਂ ਪੈਸੇ ਤੋਂ, ਬਿਨਾਂ ਉਜਰਤ ਤੋਂ। ਅੱਜ ਸਰਕਾਰ ਨੇ, ਸ਼੍ਰੋਮਣੀ ਕਮੇਟੀ ਨੇ ਸੈਂਕੜੇ ਜਿਹੜੇ ਆ ਉਹ ਧਰਮ ਪ੍ਰਚਾਰਕ ਰੱਖੇ। ਸਾਨੂੰ ਗਿਣਤੀ ਦੱਸਣ ਵੀ ਉਹਨਾਂ ਨੇ ਕਿੰਨੇ ਅੰਮ੍ਰਿਤਧਾਰੀ ਤਿਆਰ ਕੀਤੇ। ਹਾਲਾਂਕਿ ਨਿਰਮਲੇ ਦੇ ਸਾਰਿਆਂ ਡੇਰਿਆਂ ਵਿੱਚ ਅੰਮ੍ਰਿਤ ਪਾਨ ਕਰਾਇਆ ਜਾਂਦਾ। ਅਸੀਂ ਖੁਦ ਇੱਥੇ 20-20, 15-15 ਬੰਦਿਆਂ ਨੂੰ ਹਰ ਵਿਸਾਖੀ 'ਤੇ, ਹਰ ਸਮਾਗਮ 'ਤੇ ਅੰਮ੍ਰਿਤ ਛਕਾਉਂਦੇ ਸੀ। ਜਦੋਂ ਇਹ ਬਹੁਤ ਜ਼ਿਆਦਾ ਕਿੰਤੂ ਪਰੰਤੂ ਕਰਨ ਲੱਗੇ, ਅਸੀਂ ਪਿੱਛੇ ਹਟ ਗਏ। ਜਿਹੜੇ ਅਸੀਂ ਅੰਮ੍ਰਿਤ ਲਈ ਤਿਆਰ ਕਰਦੇ ਹਾਂ ਉਹਨੂੰ ਕਹਿੰਦੇ ਭਾਈ ਕੇਸਗੜ੍ਹ ਸਾਹਿਬ ਜਾ ਕੇ ਛਕਿਓ, ਅਕਾਲ ਤਖਤ 'ਤੇ ਛਕਿਓ, ਹਜ਼ੂਰ ਸਾਹਿਬ ਛਕਿਓ, ਜਾਓ ਤੁਸੀਂ ਫ੍ਰੀ ਹੋ। ਅਸੀਂ ਤੁਹਾਨੂੰ ਤੁਹਾਡੀ ਗਰਾਊਂਡ ਤਿਆਰ ਕਰਤੀ ਹੈ, ਬਾਣੀ ਨਾਲ ਤੁਹਾਨੂੰ ਜੋੜਤਾ, ਗੁਰੂ ਗ੍ਰੰਥ ਸਾਹਿਬ ਨਾਲ ਜੋੜਤਾ, ਤਾਂ ਹੁਣ ਤੁਸੀਂ ਜਾ ਕੇ ਅੰਮ੍ਰਿਤ ਪਾਨ ਕਰ ਲਓ ਅਤੇ ਸਿੱਖੀ 'ਚ ਪ੍ਰਵੇਸ਼ ਕਰ ਜਾਓ। ਦੂਜੀ ਗੱਲ, ਸਿੱਖ ਜਿਹੜਾ ਨਿਰਮਲਾ ਸੰਤ ਹੈ ਉਹ ਅੰਮ੍ਰਿਤਧਾਰੀ ਹੈ ਜੀ, ਔਰ ਹਰ ਨਿਰਮਲਾ ਅੰਮ੍ਰਿਤ ਛਕਦਾ। ਅੱਜ ਇੱਕ ਹੋਰ ਵਿਵਾਦ ਉੱਠਿਆ, ਮੇਰੇ ਖਿਆਲ ਦੇਹਰਾਦੂਨ ਕੋਈ ਫੈਸਲਾ ਹੋਇਆ ਨਿਰਮਲ ਸੰਪਰਦਾਇ ਦਾ। ਜੀ ਜੀ। ਉਹਦੇ 'ਚ ਉਹਨਾਂ ਨੇ ਸਨਾਤਨੀ ਸ਼ਬਦ ਲਿਖਿਆ। ਸਾਡੇ ਹੀ ਭਰਾ ਜਿਹੜੇ ਹੈ ਨਿਰਮਲੇ ਸੰਤ ਅੱਜ ਇਸ ਗੱਲ ਨੂੰ ਬੜੀ ਚੁੱਕ ਰਹੇ ਜੀ ਵੀ ਇਹ ਸਨਾਤਨੀ ਨੇ। ਸਨਾਤਨੀ ਅਸੀਂ ਸਾਰੇ ਹੀ ਹਾਂ। ਜਦੋਂ ਸਾਡੀ ਪਰੰਪਰਾ ਅਸੀਂ ਵੇਖਦੇ ਹਾਂ, ਗੁਰੂ ਨਾਨਕ ਦੇਵ ਜੀ ਸਨਾਤਨ 'ਚੋਂ ਚੱਲੇ ਨੇ। ਗੁਰੂ ਨਾਨਕ ਦੇਵ 9ਵੀਂ ਪਾਤਸ਼ਾਹੀ ਤੱਕ ਸਨਾਤਨ ਹੀ ਰਿਹਾ ਔਰ ਚਰਨ ਧੋਏ ਰਹਿ ਰਸ ਕਰ ਚਰਨਾਮਤ ਗੁਰ ਸਿੱਖਾਂ ਭਲਾਇਆ। ਭਾਈ ਗੁਰਦਾਸ ਜੀ ਕਹਿ ਰਹੇ ਇਹ ਤੋਂ ਵੱਡਾ ਪ੍ਰਮਾਣ ਕੀ ਹੋਰ। ਔਰ ਗੁਰੂ ਨਾਨਕ ਪਾਤਸ਼ਾਹ ਤੋਂ 204 ਸਾਲ ਬਾਅਦ ਔਰ 1496 'ਚ ਮਹਾਰਾਜ ਨੇ ਇਹ 4 ਉਦਾਸੀਆਂ ਲਾਈਆਂ। 96 ਤੋਂ 1708 ਬਣਾ ਲਓ, ਕਿੰਨੇ ਸਾਲ ਬਣਦੇ ਨੇ। ਹਾਂਜੀ ਜੀ। ਇੰਨੇ ਸਾਲ ਵਿੱਚ ਗੁਰੂ ਇਹ ਸਨਾਤਨੀ ਚੱਲਦਾ ਰਿਹਾ ਕੰਮ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨੂੰ ਬਦਲ ਕੇ ਜਿਹੜਾ ਚਰਨਾਮਤ ਪਿਲਾਉਣ ਦਾ ਸੀ, ਉਹਨੂੰ ਢੰਗ ਨੂੰ ਅੰਮ੍ਰਿਤ ਤਿਆਰ ਕਰਕੇ ਬਾਣੀਆਂ ਪੜ੍ਹ ਕੇ ਤਾਂ ਉਹ ਉਹਨੇ ਛਕਾਇਆ। ਅੱਜ ਵੀ ਇਹਦੇ 'ਚ ਕੋਈ ਬਦਲਾਵ ਨਹੀਂ ਹੈਗਾ ਜੀ। ਜਦੋਂ ਅੰਮ੍ਰਿਤ ਪਾਨ ਕਰਕੇ ਵੀ ਸਿੱਖ ਨੇ ਗੁਰੂ ਦੇ ਸਨਮੁਖ ਹੋਣਾ ਹੈ। ਗੁਰੂ ਦਾ ਇੱਕ ਸ਼ਬਦ ਜਿਵੇਂ ਮੂਲ ਮੰਤਰ ਜਾਂ ਸਤਿਨਾਮ ਵਾਹਿਗੁਰੂ ਗੁਰਮੰਤਰ ਦਿੱਤਾ ਜਾਂਦਾ, ਉਹਨੂੰ ਜੋੜਿਆ ਜਾਂਦਾ। ਮੈਂ ਕਹਿੰਦਾ ਕਿਹੜਾ ਨਿਰਮਲ ਸੰਤ ਹੈ ਜਿਹੜਾ ਕਹਿੰਦਾ ਮੈਂ ਰੱਬ ਮੈਨੂੰ ਹੀ ਨਾ ਜੋੜੋ। ਅਸੀਂ ਤਾਂ ਸਭ ਤੋਂ ਪਹਿਲਾਂ ਜਿਹੜਾ ਬੰਦਾ ਸਾਡੇ ਕੋਲ ਆਉਂਦਾ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਾ ਕੇ ਮੱਥਾ ਟਿਕਾਉਂਦੇ ਹਾਂ। ਜੇ ਉਹ ਮੱਥਾ ਠੀਕ ਢੰਗ ਨਾਲ ਨਹੀਂ ਟੇਕਦਾ, ਅਸੀਂ ਕਹਿੰਦੇ ਗੋਡੇ ਥੱਲੇ ਲਾ ਕੇ ਨਮਸਕਾਰ ਕਰ। ਹੁਣ ਢੰਗ ਦੱਸਦੇ ਹਾਂ। ਢੰਗ ਸਾਡੇ ਟੀਚਰ ਹੈ ਅਸੀਂ। ਜੀ ਜੀ। ਸਾਡੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਡਿਊਟੀ ਲਾਈ ਹੈ। ਤੁਸੀਂ ਪੜ੍ਹਾਉਣਾ ਆ, ਗੁਰਮਤਿ ਫੈਲਾਉਣੀ ਹੈ, ਅਗਿਆਨਤਾ ਦੇ ਖਿਲਾਫ ਲੜਨਾ ਆ। ਅਤੇ ਉਹ ਜਿਹੜਾ ਕੰਮ ਹੈ ਹੁਣ ਤੱਕ ਵੀ ਅਸੀਂ ਕਰ ਰਹੇ। ਇੱਕ ਵੱਡੀ ਗੱਲ ਕਿ ਇਹ ਕਹਿੰਦੇ ਜੀ ਨਿਰਮਲਾ ਅੰਮ੍ਰਿਤਧਾਰੀ ਨਹੀਂ, ਗਲਤ ਗੱਲ। ਹਰ ਨਿਰਮਲਾ ਅੰਮ੍ਰਿਤਧਾਰੀ। ਹਾਂ, ਇੱਕ ਗੱਲ ਜ਼ਰੂਰ ਹੈ ਵੀ ਜੇ ਤਾਂ ਅਸੀਂ ਅੰਬਾਲੇ ਤੱਕ ਜਿਹੜਾ ਪੰਜਾਬ ਹੈ
ਇੱਥੇ ਤੱਕ ਵਰਤਣਾ ਹੋਵੇ ਫਿਰ ਤਾਂ ਅਸੀਂ ਜਿੱਦਾਂ ਮਰਜ਼ੀ ਰਹੀਏ। ਪਰੰਤੂ ਜਿਹੜਾ ਅੰਮ੍ਰਿਤਧਾਰੀ ਨਿਰਮਲਾ ਸੰਤ ਹੈ, ਚਿੱਟੇ ਕੱਪੜੇ ਪਾ ਕੇ ਜਾਏਗਾ, ਅੰਬਾਲੇ ਤੋਂ ਅਗਲੇ ਪਾਸੇ ਦੀ ਕੋਈ ਕੀਮਤ ਨਹੀਂ। ਨਿਰਮਲੇ ਸੰਤ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਬਰੀਕ ਸੋਚਦੇ ਔਰ ਬਹੁਤ ਤੇਜ਼ ਉਹਨਾਂ ਦੀ ਸੋਚ ਸੀਗੀ। ਉਹਨਾਂ ਨੇ ਸੋਚਿਆ ਵੀ ਮੇਰੇ ਨਿਰਮਲੇ ਸੰਤ ਅੰਨੇ ਮੱਤਾਂ ਵਿੱਚ ਜਾਣਗੇ ਬਿਲਕੁਲ, ਔਰ ਅੰਨੇ ਦੇਸ਼ ਦੇ ਹਿੱਸੇ ਜਾਣਗੇ, ਕੇਵਲ ਪੰਜਾਬ ਦੇ ਖਿੱਤੇ 'ਚ ਨਹੀਂ ਜਾਣਗੇ। ਇਸ ਵਾਸਤੇ ਉਹਨਾਂ ਨੇ ਉਹ ਪਹਿਰਾਵਾ ਦਿੱਤਾ ਜਿਹਦੇ ਨਾਲ ਉਹਨਾਂ ਨੂੰ ਮਾਨ ਸਨਮਾਨ ਮਿਲਦਾ ਰਿਹਾ। ਔਰ ਜਾ ਕੇ ਉਹ ਯੂਪੀ 'ਚ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਬਿਹਾਰ 'ਚ ਸਾਰੇ ਥਾਵਾਂ ਨਿਰਮਲੇ ਮਹਾਂਪੁਰਸ਼ਾਂ ਨੇ ਜਾ ਕੇ ਸਥਾਨ ਬਣਾ ਕੇ ਟਿਕ ਕੇ ਤਾਂ ਗੁਰਮਤਿ ਦਾ ਪ੍ਰਚਾਰ ਕੀਤਾ। ਹਾਂ, ਪ੍ਰਚਾਰ ਗੁਰੂ ਗ੍ਰੰਥ ਸਾਹਿਬ ਦਾ ਕਰਨਾ। ਸਾਡਾ ਈਸਟ ਗੁਰੂ ਗ੍ਰੰਥ ਸਾਹਿਬ ਈਸਟ ਗੁਰੂ ਗ੍ਰੰਥ ਸਾਹਿਬ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ 10 ਪਾਤਸ਼ਾਹੀਆਂ ਹਾਂਜੀ ਤੇ 10 ਗੁਰੂ ਤੇ ਗੁਰੂ ਗ੍ਰੰਥ ਸਾਹਿਬ ਸਾਡਾ ਈਸਟ ਹੈ। ਹਾਂ, ਕਥਾ ਵਾਰਤਾ ਕਰਤੇ ਸੀ, ਰਾਮਾਇਣ ਵੀ, ਮਹਾਭਾਰਤ ਵੀ, ਉਪਨਿਸ਼ਦਾਂ ਵੀ, ਗੀਤਾ ਵੀ ਔਰ ਬਾਈਬਲ ਵੀ, ਜਿਹੜਾ ਵੀ ਕੋਈ ਉਦਾਹਰਣ ਕਥਾ ਦੇ ਅਨੁਸਾਰ ਚੱਲਦਾ ਦਿੰਦੇ ਆ। ਪਰ ਈਸਟ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਮੈਂ ਬਹੁਤ ਵਾਰ ਅਕਾਲ ਤਖਤ ਦੇ ਸ਼੍ਰੋਮਣੀ ਕਮੇਟੀ ਦੇ ਇਕੱਠਾਂ 'ਚ ਇਹ ਗੱਲ ਕਹੀ ਹੈ ਕਿ ਨਿਰਮਲਾ ਸੰਤ ਜਿਹੜਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਇਹਦਾ ਪਠਨ ਪਾਠ ਕਰਦਾ, ਇਹੀ ਪੜ੍ਹਾਉਂਦਾ ਜੀ। ਔਰ ਅਸੀਂ 10 ਗੁਰੂਆਂ ਦੇ ਉਪਾਸ਼ਕ ਹੈ। ਹਾਂ, ਸਾਡੇ 'ਚ ਇੱਕ ਜਿਹੜੀ ਨਿਰਮਲੇ ਤੇ ਉਦਾਸੀ ਸੰਤਾਂ 'ਚ ਵਿਦਿਅਕ ਗੁਰੂ ਜਿਹੜਾ ਸਾਡਾ, ਅਸੀਂ ਉਹਨੂੰ ਗੁਰੂ ਮੰਨਦੇ ਹਾਂ। ਸਾਨੂੰ ਜਾਇਦਾਦ ਦਿੰਦਾ ਹੈ, ਵਿੱਦਿਆ ਦਿੰਦਾ, ਸਾਡਾ ਜੀਵਨ ਬਣਾਉਂਦਾ। ਇਸ ਵਾਸਤੇ ਅਸੀਂ ਉਹਨੂੰ ਪੂਰਾ ਸਤਿਕਾਰ, ਪੂਰਾ ਮਾਣ ਦਿੰਦੇ ਹਾਂ ਜੀ। ਤੇ ਜੇ ਸਾਨੂੰ ਉਹ ਵਿੱਦਿਆ ਨਾ ਪੜ੍ਹਾਉਣ, ਗੁਰੂ ਗ੍ਰੰਥ ਸਾਹਿਬ ਬਾਰੇ ਨਾ ਦੱਸਣ, ਫਿਰ ਸਾਨੂੰ ਕੀ ਪਤਾ ਲੱਗੇ। ਲੱਖਾਂ ਲੋਕ ਤੁਰੇ ਫਿਰਦੇ ਆ। 1708 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇਤੀ, ਪਰ ਅੱਜ ਤੁਸੀਂ ਦੱਸੋ ਕਿੰਨੇ ਸਿੱਖ ਹੋ ਗਏ ਆਪਣੇ ਆਪ ਪੜ੍ਹ ਕੇ, ਕਿੰਨੇ ਸਿੱਖ ਬਣੇ ਆ? ਘਟੇ ਆ, ਵਧੇ ਨਹੀਂ। ਪਰ ਨਿਰਮਲਾ ਸੰਤ ਅਜੇ ਵੀ ਕੋਸ਼ਿਸ਼ ਕਰ ਰਿਹਾ ਪਿੰਡਾਂ ਵਿੱਚੋਂ ਉਹ ਵਿਦਿਆਰਥੀ ਲੈ ਕੇ ਜਿਨ੍ਹਾਂ ਨੂੰ ਊੜਾ ਐੜਾ ਨਹੀਂ ਆਉਂਦਾ, ਅਸੀਂ ਉਹਨਾਂ ਨੂੰ ਵੀ ਪੜ੍ਹਾ ਕੇ, ਗ੍ਰੰਥੀ ਬਣਾ ਕੇ, ਰਾਗੀ ਬਣਾ ਕੇ ਸਮਾਜ ਦੀ ਸੇਵਾ ਲਈ ਭੇਜ ਰਹੇ। ਹਾਂ, ਕਹਿਣ ਦਾ ਮਤਲਬ ਇਹ ਆ ਵੀ ਜਿੰਨਾ ਵੀ ਸਾਧੂ ਆ, ਜਿਹੜਾ ਜੀ ਸਾਧਕ ਆ, ਉਹ ਹਮੇਸ਼ਾ ਆਪਣੇ ਗੁਰਮਤ ਵਾਸਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਸਤੇ ਔਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਫਲਸਫਾ, ਉਹਦੇ ਪ੍ਰਚਾਰ ਵਾਸਤੇ ਨਿਰੰਤਰ ਉਹ ਜਦੋਂ ਜਹਿਦ ਕਰਦਾ ਕਿ ਗੁਰੂ ਸਾਹਿਬ ਦੇ ਸੰਦੇਸ਼ ਨੂੰ ਹੋਰਨਾਂ ਤੱਕ ਪਹੁੰਚਾਇਆ ਜਾਵੇ। ਇਸ ਸੰਦੇਸ਼ ਦੇ ਨਾਲ ਹੋਰਨਾਂ ਨੂੰ, ਅੰਨੇ ਮਤਾਂ ਵਾਲੇ ਲੋਕਾਂ ਨੂੰ ਵੀ ਜਿਹੜਾ ਨਾ ਇਹਦੇ ਨਾਲ ਜੋੜਿਆ ਜਾ ਸਕੇ। ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਸੀ। ਜੀ। ਜਿਹੜਾ ਉਹ ਸਨਾਤਨ ਸ਼ਬਦ ਲਿਖਿਆ ਦੇਹਰਾਦੂਨ ਦੀ ਕਿਸੇ ਦੂਸਰੀ ਕੋਰਟ 'ਚ, ਉਹਦਾ ਅਰਥ ਇਹ ਨਹੀਂ ਹੈ ਵੀ ਅਸੀਂ ਕੋਈ ਦੇਵਤੇ ਨੂੰ ਮੰਨਦੇ ਹਾਂ, ਸ਼ਿਵਲਿੰਗ ਨੂੰ ਮੰਨਦੇ ਹਾਂ ਜਾਂ ਦੂਸਰੇ ਮੰਨਦੇ ਹਾਂ। ਇਸ ਸਨਾਤਨੀ ਇਹ ਮਤਲਬ ਨਹੀਂ ਹੈਗਾ ਉਹਦਾ। ਜਿਹੜੀ ਗੁਰੂ ਸਾਹਿਬ ਦੀ ਪ੍ਰਣਾਲੀ ਹੈ, ਅਸੀਂ ਉਹਦੇ ਪੁਜਾਰੀ ਹਾਂ। ਸਭੇ ਸਾਂਝੀ ਵਾਲਸਤਾਨ ਕੋਨੇ ਦੱਸਿਆ ਮਹਾਰਾਜ ਜੀ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ। ਅਸੀਂ ਰੋਟੀ ਖਾਣ ਬੈਠਦੇ ਹਾਂ, ਅਸੀਂ ਕਦੇ ਨਹੀਂ ਸੋਚਿਆ ਵੀ ਮੁਸਲਮਾਨ ਹੈ, ਦੂਸਰਾ ਹੀ ਕਹਿੰਦੇ ਬਹਿ ਜਾ ਪੰਗੇ 'ਚ ਵੀ, ਹਾਂਜੀ। ਫਿਰ ਅਸੀਂ ਸਨਾਤਨੀ ਨੂੰ ਕੱਟੜਵਾਦ ਤੱਕ ਫਕਰਾ ਵੀ ਕਿਸੇ ਨੇ ਛੂਹਣਾ ਨਹੀਂ, ਕੱਪੜਾ ਛੂਹਣਾ। ਬ੍ਰਾਹਮਣ ਬੰਦ ਆ ਗਿਆ ਵੀ ਜੇ ਕਿਸੇ ਨੇ ਹੱਥ ਲੱਗ ਗਿਆ ਤਾਂ ਗੰਗਾ ਦੇ ਛਿੱਟੇ ਮਾਰੋ, ਨਾਓ। ਇੱਦਾਂ ਨਹੀਂ ਨਿਰਮਲੇ 'ਚ ਨੇ। ਨਿਰਮਲੇ ਤਾਂ ਸਾਰਿਆਂ ਵਿੱਚ ਬ੍ਰਹਮ ਦੀ ਗੱਲ ਕਰਦੇ ਆ, ਸਾਰਿਆਂ ਨੂੰ ਗਲਬੱਕੜੀ 'ਚ ਲੈਂਦੇ ਆ। ਮੈਂ ਉਹਦੇ ਵਿੱਚ ਇਹ ਦੱਸਣਾ ਚਾਹੁੰਦਾ ਸੀ ਵੀ ਉਹ ਜਿਹੜਾ ਫੈਸਲਾ ਹੋਇਆ, ਉਹ ਫੈਸਲਾ ਇੱਕ ਮਹਾਰਾਜਾ ਨੇ ਜਦੋਂ 1860-61 ਵਿੱਚ ਨਿਰਮਲ ਪੰਚਾਇਤੀ ਅਖਾੜੇ ਦਾ ਵਿਧਾਨ ਬੰਨਿਆ, ਉਸ ਵੇਲੇ ਸਾਰੀਆਂ ਰਿਆਸਤਾਂ, ਫਰੀਦਕੋਟ ਵਾਲੇ, ਜੀਂਦ ਵਾਲੇ, ਨਾਭੇ ਵਾਲੇ, ਪਟਿਆਲੇ ਵਾਲੇ ਸਾਰੇ ਇਕੱਠੇ ਸੀ। ਇਹਨਾਂ ਨੇ ਇੱਕ ਦਸਤੂਰਲ ਅਮਲ ਬਣਾਇਆ। ਉਹਦੇ 'ਚ ਸਿਰਫ 9 ਧਾਰਾਂ ਆ, 9 ਧਾਰਾ। ਉਹਦੇ 'ਚ ਕਿਤੇ ਨਹੀਂ ਲਿਖਿਆ ਵੀ ਇਹ ਜਿਹੜਾ ਦੂਸਰਾ ਸ਼੍ਰੀਮੰਤ ਹੈ ਉਹ ਕੱਟੜ ਅੰਮ੍ਰਿਤਧਾਰੀ ਹੋਏਗਾ। ਹਾਂ, ਇੱਕ ਕਾਂਸ ਨਾਭਾ ਨੇ ਇਹਦੇ 'ਚ ਮਹਾਨ ਕੋਸ਼ ਵਿੱਚ ਉਹ ਇੱਕ ਵੱਖਰਾ ਦਸਤੂਰਲ ਅਮਲ ਲਿਖਿਆ, ਜਿਹਦਾ ਕਿ ਸੰਤ ਬਾਬਾ ਬੁੱਢਾ ਸਿੰਘ ਜੀ ਜਦੋਂ ਬਿਮਾਰ ਹੋਏ, ਉਹਨਾਂ ਨੇ ਚਿੱਠੀ ਲਿਖੀ, ਕਾਂਸ ਨਾਭਾ ਨੂੰ ਲਿਖੀ ਚਿੱਠੀ ਵੀ ਜਿਹੜਾ ਦਸਤੂਰਲ ਅਮਲ ਰਾਜਿਆਂ ਨੇ ਬਣਾਇਆ ਉਹ ਆ ਅਸਲ ਵਿੱਚ 9 ਧਾਰਾਂ, ਜਿਹੜੀਆਂ ਤੇਰੀਆਂ ਧਾਰਾਂ ਨੇ ਇਹ ਨਹੀਂ ਹੈਗੀਆਂ। ਫਿਰ ਉਹਨੇ ਉਹ ਚਿੱਠੀ 'ਚ ਮਾਫੀ ਮੰਗੀ। ਜਿਹੜਾ ਨਿਰਮਲ ਪੰਥ ਬੋਧ ਹੈ ਉਹਦੇ 'ਚ ਚਿੱਠੀ ਛਪੀ ਹੋਈ ਆ, ਅੱਜ ਵੀ ਕਿਸੇ ਨੂੰ ਡਾਊਟ ਹੈ ਤਾਂ ਉਹਦੇ 'ਚ ਦੇਖ ਸਕਦਾ। ਠੀਕ, ਇਹਦਾ ਮਤਲਬ ਆ ਵੀ ਜਿਹੜਾ ਸੰਪਰਦਾ, ਨਿਰਮਲ ਸੰਪਰਦਾ, ਉਹ ਸਾਰਿਆਂ ਨੂੰ ਨਾਲ ਲੈ ਕੇ ਤੁਰਦੇ ਆ, ਚਾਹੇ ਉਹਦੇ ਵਿੱਚ ਕੋਈ ਮੁਸਲਮਾਨ ਹੋਵੇ, ਹਿੰਦੂ ਵੀਰ ਹੋਵੇ, ਕੋਈ ਵੀ ਹੋਵੇ, ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦਾ ਯਤਨ ਕਰਦੇ ਆ। ਕਿਸੇ ਨਾਲ ਧਰਮ ਦਾ ਵਖਰੇਵਾਂ ਜਾਂ ਜਾਤੀ ਦਾ ਵਖਰੇਵਾਂ ਨਹੀਂ ਆ, ਸਾਰਿਆਂ ਨੂੰ ਪਿਆਰ ਕਰਦੇ ਆ। ਤੁਸੀਂ ਬਹੁਤ ਸਾਰਾ ਲੰਬਾ ਮੇਰੇ ਨਾਲ ਜੰਮੂ ਕਸ਼ਮੀਰ ਵਿੱਚ ਜਾਂਦੇ ਰਹੇ। ਹਾਂਜੀ।
ਬਟੌਤ ਵਿੱਚ, ਸੰਨਾਸਰ ਵਿੱਚ, ਕੁੱਦ ਵਿੱਚ ਔਰ ਉਧਮਪੁਰ, ਹਾਂਜੀ ਹਾਂਜੀ, ਸਾਰੇ ਮੈਂ ਉਧਰ ਸਾਰੇ ਦੇਖੇ। ਜਾਈਦਾ। ਤੁਸੀਂ ਵੇਖੋ ਉਸ ਸਭਾ ਵਿੱਚ ਮੁਸਲਮਾਨ ਬੈਠੇ ਹੁੰਦੇ ਸੀ, ਹਿੰਦੂ ਵੀਰ ਬੈਠੇ ਹੁੰਦੇ ਸੀ, ਬਿਲਕੁਲ ਤੇ ਅਸੀਂ ਸਿੱਖ ਵੀ ਬੈਠੇ ਹੁੰਦੇ। ਬਿਲਕੁਲ ਸਾਡਾ ਸਿੱਖ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਕਹਿ ਕੇ ਸ਼ੁਰੂ ਕਰਦਾ ਸੀ ਗੱਲ ਨੂੰ, ਮੁਸਲਮਾਨ ਜਿਹੜਾ ਅੱਲਾਹੁ ਅਕਬਰ ਕਹਿ ਕੇ ਸ਼ੁਰੂ ਕਰਦਾ ਸੀ, ਹਿੰਦੂ ਜਿਹੜਾ ਆਪਣਾ ਰਾਮ ਨਾਮ ਕਹੇ। ਹਾਂਜੀ, ਇੱਕੋ ਹੀ ਸਭਾ ਵਿੱਚ ਤਿੰਨੇ ਹੀ ਬੋਲਦੇ ਸੀ, ਤਿੰਨੇ ਬੋਲਦੇ ਸੀ, ਔਰ ਕਿਸੇ ਨੂੰ ਕੋਈ ਇਤਰਾਜ਼ ਕੋਈ ਨਹੀਂ ਠੇਸ ਵਾਲਾ ਲਫ਼ਜ਼ ਨਹੀਂ ਲਫ਼ਜ਼ ਸੀ ਨਹੀਂ ਸੀ ਵਰਤਦੇ, ਇਤਰਾਜ਼ਯੋਗ ਲਫ਼ਜ਼ ਕੋਈ ਨਹੀਂ ਨਹੀਂ, ਔਰ ਸਾਰੇ ਇੱਕ ਜਗ੍ਹਾ ਬੈਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਂ ਕਰਨਾ ਸੀ। ਪ੍ਰਤਿਸ਼ਠਾ ਗੁਰੂ ਗ੍ਰੰਥ ਸਾਹਿਬ ਦੀ ਕਰਦੇ। ਬਿਲਕੁਲ ਮੁਸਲਮਾਨ ਬੋਲਦੇ ਸੀ, ਅਲਫ-ਅੱਲਾ ਤੋਂ ਗੱਲ ਸ਼ੁਰੂ ਕਰਦੇ ਸੀ, ਹਿੰਦੂ ਵੀਰ ਰਾਮ ਤੋਂ ਸ਼ੁਰੂ ਕਰਦੇ, ਅਸੀਂ ਵਾਹਿਗੁਰੂ ਜੀ ਕਾ ਖਾਲਸਾ ਕਹਿ ਗਏ ਤੋਂ ਸ਼ੁਰੂ ਕਰਦੇ। ਤੁਸੀਂ ਲੰਬਾ ਸਮਾਂ, ਮੇਰੇ ਖਿਆਲ ਮੈਂ 32-33 ਸਾਲ ਉਹ ਸਭਾਵਾਂ ਜਿਹੜੀਆਂ ਅਟੈਂਡ ਕੀਤੀਆਂ, ਔਰ ਸਭਾਵਾਂ ਮੈਂ ਹੀ ਖੁਦ ਕਰਦਾ ਰਿਹਾ ਗਵਰਨਿੰਗ, ਜੀ ਜੀ ਜੀ, ਸੈਕਟਰੀ ਵੀ ਮੈਂ ਬਣਦਾ ਰਿਹਾ, ਔਰ ਮੇਰੀ ਪ੍ਰਧਾਨਗੀ 'ਚ ਹੁੰਦੀਆਂ ਰਹੀਆਂ। ਪਰ ਉੱਥੇ ਤੁਸੀਂ ਦੇਖ ਲਓ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਉਹਦੇ 'ਚ DC, SSP ਔਰ ਜਨਰਲ, ਮੇਜਰ ਜਨਰਲ, ਕਰਨਲ ਉਸ ਸਾਰੀ ਸਭਾ 'ਚ ਬੈਠੇ ਹੁੰਦੇ ਸੀ, ਬਿਲਕੁਲ ਜੀ, ਤਹਿਸੀਲਦਾਰ ਬੈਠੇ ਹੁੰਦੇ ਸੀ, ਔਰ ਸਾਰੇ ਇਸ ਗੱਲ ਨੂੰ ਉਹ ਮੰਨਦੇ ਸੀ ਵੀ ਆਹ ਜਿਹੜਾ ਨਿਰਮਲਿਆ ਦਾ ਪ੍ਰਚਾਰ ਹੈ ਕਿਆ ਵਧੀਆ ਹੈ, ਸਾਰੇ ਜਾਣੇ ਜਿਸ 'ਚ ਹਿੰਦੂ, ਉਹਦੇ ਨਾਲ ਖੁਸ਼ ਮੁਸਲਮਾਨ, ਹੁੰਦੇ ਸਿੱਖ ਸੀ। ਸਾਰੇ ਇਕੱਠੇ ਹੈ। ਕਿਸੇ ਨੂੰ ਕੋਈ ਕਿੰਤੂ ਪਰੰਤੂ ਨਹੀਂ ਕਿਸੇ ਨੂੰ। ਤੋ ਅੱਜ ਦਾ ਜਿਹੜਾ ਇਹ ਐਪੀਸੋਡ ਹੈ ਇਹਨੂੰ ਇੱਥੇ ਆਪਾਂ ਸਮਾਪਤ ਕਰਾਂਗੇ, ਕਿਉਂਕਿ ਜਿਹੜੀ ਇੱਕ ਸਮੇਂ ਦੀ ਮਰਿਆਦਾ ਉਹਦੇ ਤੋਂ ਆਪਾਂ ਥੋੜ੍ਹਾ ਜਿਹਾ ਲੰਘ ਰਹੇ ਹਾਂ, ਤੇ ਇਸ ਕਰਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਗਲੇ ਜਿਹੜਾ ਨਵਾਂ ਐਪੀਸੋਡ ਹੋਏਗਾ ਉਹਦੇ ਵਿੱਚ ਫਿਰ ਆਪਾਂ ਅਗਲੀ ਵਿਚਾਰਧਾਰਾ ਲੈ ਕੇ ਹਾਜ਼ਰ ਹੋਵਾਂਗੇ। ਤੋ ਸਾਰੀ ਸੰਗਤ ਦਾ ਇਸ YouTube ਚੈਨਲ ਨੂੰ ਵੇਖਣ ਵਾਲੇ, ਅਗਮ ਬਾਣੀ YouTube ਚੈਨਲ ਨੂੰ ਵੇਖਣ ਵਾਲੇ ਸਾਰੀ ਟੀਮ ਦਾ, ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦਾ ਵੀ ਮਹਾਰਾਜ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।